ਇਹ ਮੇਰੇ ਕੋਲ ਇੱਕ ਅਸੀਮਿਤ ਲੜੀ ਦਿੱਤੀ ਹੋਈ ਹੈ। ਮੈਂ ਇਹ ਪਤਾ ਲਗਾਉਣਾ ਹੈ ਕਿ ਕੀ ਇਹ ਅੰਕਗਣਿਤਕ ਲੜੀ ਹੈ ਜਾਂ ਨਹੀਂ। ਆਓ ਦੇਖਦੇ ਹਾਂ ਇਸ ਨੂੰ। ਹੁਣ ਦੇਖੋ ਪਹਿਲੀ ਸੰਖਿਆ ਮੇਰੇ ਕੋਲ ਕੀ ਦਿੱਤੀ ਹੋਈ ਹੈ 1, ਦੂਸਰੀ ਸੰਖਿਆ ਕੀ ਹੈ 2। 1 ਤੋਂ 2 ਤੱਕ ਜਾਣ ਦੇ ਲਈ ਮੈਨੂੰ ਕਿੰਨੀ ਦੂਰੀ ਤੈਅ ਕਰਨੀ ਪਊਗੀ, ਕੀ ਕਰਨਾ ਪਏਗਾ ਇਹਦੇ ਲਈ? 1 ਮੈਨੂੰ ਕੀ ਕਰਨੇ ਪੈਣਗੇ? ਪਲੱਸ ਕਰਨੇ ਪੈਣਗੇ। 2 ਤੋਂ 3 ਤੱਕ ਜਾਣ ਲਈ ਕੀ ਕਰਨਾ ਪਏਗਾ? ਫਿਰ 1 ਜਿਹੜੇ ਆ ਪਲੱਸ ਕਰਨੇ ਪੈਣਗੇ। ਇੱਦਾਂ ਹੀ ਮੈਨੂੰ 3 ਤੋਂ 4 ਤੱਕ ਜਾਣ ਲਈ ਵੀ ਕੀ ਕਰਨਾ ਪਏਗਾ? 1 ਜਿਹੜੇ ਆ ਪਲੱਸ ਕਰਨੇ ਪੈਣਗੇ। ਇਸ ਤਰ੍ਹਾਂ ਹੀ 4 ਤੋਂ 5 ਤੱਕ ਜਾਣ ਲਈ ਵੀ ਕੀ ਕਰਨਾ ਪਏਗਾ? 1 ਪਲੱਸ ਕਰਨੇ ਪੈਣਗੇ। ਇਸ ਤਰ੍ਹਾਂ ਹੀ 5 ਤੋਂ 6 ਤੱਕ ਜਾਣ ਲਈ ਵੀ ਕੀ ਕਰਨਾ ਪਏਗਾ? 1 ਪਲੱਸ ਕਰਨੇ ਪੈਣਗੇ। ਇਹਦਾ ਮਤਲਬ ਕੀ ਹੈ ਕਿ ਹਰੇਕ ਪਿਛਲੇ ਪਦ ਤੋਂ ਅਗਲੇ ਪਦ ਤੇ ਜਾਣ ਲਈ ਮੈਨੂੰ ਇੱਕ ਕੀ ਹੈ ਪਲੱਸ ਕਰਨਾ ਪੈ ਰਿਹਾ। ਇਸ ਲਈ ਇਹ ਲੜੀ ਜਿਹੜੀ ਹੈ ਕੀ ਹੋਏਗੀ? ਅੰਕਗਣਿਤਕ ਲੜੀ ਹੋਏਗੀ, ਕਿਉਂਕਿ 2 ਲਗਾਤਾਰ ਪਦਾਂ ਦੇ ਵਿੱਚ ਜਿਹੜਾ ਅੰਤਰ ਹੈ ਉਹ ਕੀ ਹੈ? ਬਰਾਬਰ ਰਹਿ ਰਿਹਾ। ਕੀ ਹੈ? 1 ਦਾ ਫਰਕ ਹੈ। ਇਸ ਲਈ ਇਹ ਲੜੀ ਜਿਹੜੀ ਹੈ ਕੀ ਹੋਏਗੀ? ਅੰਕਗਣਿਤਕ ਲੜੀ ਹੋਏਗੀ। ਆਓ ਅਸੀਂ ਇਸ ਦੀ ਜਿਹੜੀ ਹੈ ਇੱਕ ਹੋਰ ਉਦਾਹਰਨ ਜਿਹੜੀ ਹੈ ਦੇਖਦੇ ਹਾਂ। ਹੁਣ ਮੇਰੇ ਕੋਲ ਕੀ ਦਿੱਤੀ ਹੋਈ ਹੈ? ਇੱਕ ਸੀਮਿਤ ਲੜੀ ਹੈ। ਠੀਕ ਹੈ, ਇਹਦੇ ਵਿੱਚ ਕੀ ਹੈ? ਸਿਰਫ 4 ਹੀ ਮੇਰੇ ਕੋਲ ਜਿਹੜੇ ਪਦ ਦਿੱਤੇ ਹੋਏ ਆ, 4 ਸੰਖਿਆਵਾਂ ਮੈਨੂੰ ਸਿਰਫ ਦਿੱਤੀਆਂ ਹੋਈਆਂ। ਹੁਣ ਇਹਦੇ 'ਚ ਦੇਖਦੇ ਹਾਂ, ਜੇ ਮੈਂ ਪਹਿਲੀ ਸੰਖਿਆ ਤੋਂ ਦੂਸਰੀ ਤੇ ਜਾਣਾ ਹੈ ਤਾਂ ਮੈਨੂੰ ਕੀ ਕਰਨਾ ਪੈ ਰਿਹਾ? 1 ਤੋਂ 3 ਤੱਕ ਜਾਣ ਲਈ ਮੈਨੂੰ 2 ਪਲੱਸ ਕਰਨੇ ਪੈਣਗੇ ਇਹਦੇ 'ਚ। ਜੇ ਮੈਂ 3 ਤੋਂ 5 ਤੇ ਜਾਣਾ ਹੈ ਫਿਰ ਕੀ ਕਰਨਾ ਪਏਗਾ? ਫਿਰ ਵੀ 2 ਪਲੱਸ ਕਰਨੇ ਪੈਣਗੇ। ਜੇ 5 ਤੋਂ 7 ਤੱਕ ਜਾਣਾ ਹੈ ਫਿਰ ਵੀ ਕੀ ਕਰਨਾ ਪਏਗਾ? 2 ਹੀ ਪਲੱਸ ਕਰਨੇ ਪੈਣਗੇ। ਇਹਦਾ ਮਤਲਬ ਕੀ ਹੋ ਗਿਆ ਕਿ 2 ਜਿਹੜੇ ਲਗਾਤਾਰ ਪਦ ਹੈ, 2 ਲਗਾਤਾਰ ਜਿਹੜੀਆਂ ਸੰਖਿਆਵਾਂ ਹੈ ਉਹਨਾਂ ਦੇ ਵਿੱਚ ਜਿਹੜਾ ਅੰਤਰ ਹੈ ਉਹ ਕੀ ਹੈ? ਬਰਾਬਰ ਰਹਿ ਰਿਹਾ। ਕਿੰਨਾ ਹੈ ਉਹ ਅੰਤਰ? 2 ਹੈ। ਇਸੇ ਲਈ ਇਸ ਅੰਤਰ ਨੂੰ ਕੀ ਕਹਿ ਦਿੰਦੇ ਹਾਂ ਅਸੀਂ? ਸਾਂਝਾ ਅੰਤਰ ਵੀ ਕਹਿ ਦਿੰਦੇ ਹਾਂ। ਇਹਦਾ ਮਤਲਬ ਇਹ ਵੀ ਕੀ ਹੈ? ਸਾਡੇ ਕੋਲ ਅੰਕਗਣਿਤਕ ਲੜੀ ਹੈ। ਕੋਈ ਵੀ ਲੜੀ ਚਾਹੇ ਉਹ ਅਸੀਮਿਤ ਹੋਵੇ, ਸਾਡੇ ਕੋਲ ਅਸੀਮਿਤ ਸੀ, ਚਾਹੇ ਉਹ ਸੀਮਿਤ ਹੋਵੇ, ਅਗਰ ਉਹਦੇ 2 ਲਗਾਤਾਰ ਪਦਾਂ ਦੇ ਵਿੱਚ ਅੰਤਰ ਜਿਹੜਾ ਹੈ ਬਰਾਬਰ ਰਹਿੰਦਾ ਹੈ ਤਾਂ ਉਹ ਅੰਕਗਣਿਤਕ ਲੜੀ ਹੋਏਗੀ। ਇੱਕ ਉਦਾਹਰਨ ਅਸੀਂ ਹੋਰ ਦੇਖਦੇ ਹਾਂ ਇਸ ਦੀ। ਨੈਕਸਟ ਐਗਜ਼ਾਮਪਲ ਕੀ ਹੈ ਸਾਡੇ ਕੋਲ? 4, 7, 10, 13। ਇਹ ਕੀ ਹੈ ਸਾਡੇ ਕੋਲ? ਫਿਰ ਅਸੀਮਿਤ ਲੜੀ ਹੈ। ਔਰ ਹੁਣ ਦੇਖੋ ਇਹ 1 ਤੋਂ ਵੀ ਸ਼ੁਰੂ ਨਹੀਂ ਹੋ ਰਹੀ, ਕਿੱਥੋਂ ਸ਼ੁਰੂ ਹੋ ਰਹੀ ਹੈ? 4 ਤੋਂ। ਦੇਖਦੇ ਹਾਂ ਹੁਣ 4 ਤੋਂ ਲੈ ਕੇ 7 ਤੱਕ ਜਾਣ ਲਈ ਕਿੰਨਾ ਸਾਨੂੰ ਅੰਤਰ ਪਏਗਾ? ਸਾਨੂੰ ਕੀ ਕਰਨਾ ਪਏਗਾ? ਇਹਦੇ 'ਚ 3 ਜਿਹੜੇ ਆ ਪਲੱਸ ਕਰਨੇ ਪੈਣਗੇ। ਇੱਦਾਂ ਹੀ 7 ਤੋਂ 10 ਤੱਕ ਜਾਣ ਲਈ ਵੀ ਕੀ ਕਰਨਾ ਪਏਗਾ? ਸਾਨੂੰ 3 ਪਲੱਸ ਕਰਨੇ ਪੈਣਗੇ। 10 ਤੋਂ 13 ਤੱਕ ਜਾਣ ਲਈ ਵੀ ਸਾਨੂੰ ਕੀ ਕਰਨਾ ਪਏਗਾ? 3 ਪਲੱਸ ਕਰਨੇ ਪੈਣਗੇ। ਇਹਦਾ ਮਤਲਬ ਇਹ ਲੜੀ ਵੀ ਸਾਡੇ ਕੋਲ ਕੀ ਹੋਏਗੀ? ਅੰਕਗਣਿਤਕ ਲੜੀ ਹੋਏਗੀ, ਕਿਉਂਕਿ 2 ਲਗਾਤਾਰ ਪਦਾਂ ਦੇ ਵਿੱਚ ਅੰਤਰ ਜਿਹੜਾ ਕੀ ਹੈ 3 ਦਾ ਅੰਤਰ ਹੈ ਉਹ ਸਮਾਨ ਰਹਿ ਰਿਹਾ ਹੈ। ਇਹਦਾ ਮਤਲਬ ਸਾਨੂੰ ਕੋਈ ਫਰਕ ਨਹੀਂ ਪੈਂਦਾ, ਲੜੀ ਚਾਹੇ 1 ਤੋਂ ਸ਼ੁਰੂ ਹੋਵੇ, ਚਾਹੇ ਕਿਸੇ ਹੋਰ ਸੰਖਿਆ ਤੋਂ ਸ਼ੁਰੂ ਹੋਵੇ, ਚਾਹੇ ਉਹ ਸੀਮਿਤ ਹੋਵੇ, ਚਾਹੇ ਉਹ ਅਸੀਮਿਤ ਹੋਵੇ, ਅਗਰ ਉਹਦੇ 2 ਲਗਾਤਾਰ ਪਦਾਂ ਦੇ ਵਿੱਚ ਅੰਤਰ ਬਰਾਬਰ ਰਹਿੰਦਾ ਹੈ ਤਾਂ ਉਹ ਲੜੀ ਕੀ ਹੋਏਗੀ? ਅੰਕਗਣਿਤਕ ਲੜੀ ਹੋਏਗੀ। ਆਓ ਕੁਝ ਉਦਾਹਰਨਾਂ ਇਹਦੀਆਂ ਜਿਹੜੀਆਂ ਹੋਰ ਦੇਖਦੇ ਹਾਂ ਅਸੀਂ। ਅਗਲੀ ਉਦਾਹਰਨ ਕੀ ਹੈ ਸਾਡੇ ਕੋਲ? ਕੀ ਸੰਖਿਆਵਾਂ ਦਿੱਤੀਆਂ ਹੋਈਆਂ? 1, 4, 9, 16। ਹੁਣ ਪਹਿਲੇ ਪਦ ਤੋਂ ਦੂਜੇ ਪਦ ਤੱਕ ਜਾਣ ਲਈ ਮੈਨੂੰ ਕੀ ਕਰਨਾ ਪਏਗਾ? ਇਹਦੇ ਵਿੱਚ 3 ਪਲੱਸ ਕਰਨੇ ਪੈਣਗੇ। ਠੀਕ ਹੈ, ਦੂਜੇ ਪਦ ਤੋਂ ਜਦੋਂ ਮੈਂ ਤੀਜੇ ਪਦ ਤੇ ਜਾਣਾ ਹੈ ਉਦੋਂ ਮੈਨੂੰ ਕੀ ਕਰਨਾ ਪੈਣਾ? ਇਹਦੇ ਵਿੱਚ 5 ਪਲੱਸ ਕਰਨੇ ਪੈਣੇ। ਹੁਣ ਦੇਖੋ ਅੰਤਰ ਫਰਕ ਆ ਗਿਆ ਨਾ। ਪਹਿਲੇ 2 ਦੇ ਵਿੱਚ ਅੰਤਰ ਕਿੰਨਾ ਸੀ? 3 ਦਾ। ਦੂਸਰੇ ਤੇ ਤੀਸਰੇ 'ਚ ਅੰਤਰ ਕਿੰਨਾ ਆ ਗਿਆ? 5 ਦਾ। ਇਸ ਤੋਂ ਅੱਗੇ ਮੈਨੂੰ ਚੈੱਕ ਕਰਨ ਦੀ ਲੋੜ ਹੀ ਨਹੀਂ ਹੈ। ਇਹ ਲੜੀ ਜਿਹੜੀ ਹੈ ਅੰਕਗਣਿਤਕ ਲੜੀ ਨਹੀਂ ਹੈ। ਇੱਕ ਉਦਾਹਰਨ ਅਸੀਂ ਹੋਰ ਦੇਖਦੇ ਹਾਂ। ਹੁਣ ਦੇਖੋ ਇਸ ਲੜੀ ਦੇ ਵਿੱਚ ਇਹ ਵੀ ਲੜੀ 3 ਤੋਂ ਸ਼ੁਰੂ ਹੋ ਰਹੀ ਹੈ। ਅਗਲਾ ਪਦ ਕੀ ਹੈ ਇਹਦਾ? 5। ਹੁਣ 3 ਤੋਂ 5 ਤੱਕ ਜਾਣ ਦੇ ਲਈ ਕਿੰਨਾ ਸਾਡੇ ਕੋਲ ਅੰਤਰ ਹੈ? ਕੀ ਕਰਨਾ ਪਏਗਾ ਸਾਨੂੰ? 2 ਪਲੱਸ ਕਰਨੇ ਪੈਣਗੇ। ਇੱਦਾਂ ਹੀ 5 ਤੋਂ 8 ਤੱਕ ਜਾਣ ਲਈ ਕੀ ਕਰਨਾ ਪਏਗਾ? ਸਾਨੂੰ 3 ਪਲੱਸ ਕਰਨੇ ਪੈਣਗੇ। ਹੁਣ ਦੇਖੋ ਇੱਥੇ ਹੀ ਅੰਤਰ ਜਿਹੜਾ ਸਾਡਾ ਫਰਕ ਆ ਗਿਆ ਨਾ। ਇੱਥੇ ਅੰਤਰ 2 ਦਾ ਸੀ, ਇੱਥੇ ਅੰਤਰ 3 ਦਾ ਆ ਗਿਆ। ਫਿਰ ਇਹਦਾ ਮਤਲਬ ਇਹ ਜਿਹੜੀ ਹੈ ਅੰਕਗਣਿਤਕ ਲੜੀ ਨਹੀਂ
ਹੋ ਸਕਦੀ ਕਿਉਂਕਿ ਦੋ ਲਗਾਤਾਰ ਪਦਾਂ 'ਚ ਅੰਤਰ ਜਿਹੜਾ ਹੈ ਬਰਾਬਰ ਨਹੀਂ ਹੈ। ਆਓ ਅਸੀਂ ਇੱਕ ਹੋਰ ਉਦਾਹਰਨ ਦੇਖਦੇ ਹਾਂ। ਹੁਣ ਦੇਖੋ ਆ ਸਾਡੇ ਕੋਲ ਲੜੀ ਜਿਹੜੀ ਆਈ ਹੈ ਇਹਦੇ 'ਚ ਕੀ ਹੈ, ਇਹ ਲੜੀ ਜਿਹੜੀ ਹੈ ਸਾਡੇ ਕੋਲ ਧਨਾਤਮਕ ਤੋਂ ਕਿੱਧਰ ਨੂੰ ਜਾ ਰਹੀ ਹੈ, ਰਿਣਾਤਮਕ ਤੱਕ ਜਾ ਰਹੀ ਹੈ। ਦੇਖਦੇ ਹਾਂ ਇਸ ਨੂੰ ਵੀ। ਹੁਣ ਦੇਖੋ ਜੇ ਮੈਂ 8 ਤੋਂ 5 ਤੱਕ ਜਾਣਾ ਹੈ ਤਾਂ ਮੈਨੂੰ ਕੀ ਕਰਨਾ ਪਏਗਾ, 3 ਜਿਹੜੇ ਹੈ ਮਾਈਨਸ ਕਰਨੇ ਪੈਣਗੇ। ਠੀਕ ਹੈ। ਜੇ ਮੈਂ 5 ਤੋਂ 2 ਤੱਕ ਜਾਣਾ ਹੈ ਕੀ ਕਰਨਾ ਪਏਗਾ, 3 ਜਿਹੜੇ ਹੈ ਮਾਈਨਸ ਕਰਨੇ ਪੈਣਗੇ। ਇੱਦਾਂ ਹੀ ਜੇ ਮੈਂ 2 ਤੋਂ -1 ਤੇ ਜਾਣਾ ਹੈ ਤਾਂ ਵੀ ਮੈਨੂੰ ਕੀ ਹੈ 3 ਮਾਈਨਸ ਕਰਨੇ ਪੈਣਗੇ। ਇਸ ਤਰ੍ਹਾਂ ਹੀ ਜੇ -1 ਤੋਂ -4 ਤੇ ਜਾਣਾ ਹੈ ਤਾਂ ਵੀ ਕੀ ਹੈ 3 ਜਿਹੜੇ ਆ ਮਾਈਨਸ ਕਰਨੇ ਪੈਣਗੇ। ਇਹਦਾ ਮਤਲਬ ਕੀ ਹੋ ਗਿਆ ਕਿ ਜਿਹੜੇ ਦੋ ਲਗਾਤਾਰ ਪਦ ਹੈ, ਆ ਜਿੱਦਾਂ ਆ ਪਹਿਲਾ ਪਦ ਹੈ, ਆ ਦੂਸਰਾ ਹੈ, ਤੀਸਰਾ, ਇਹਨਾਂ ਦੇ ਵਿੱਚ ਕੀ ਆ ਅੰਤਰ ਸਾਡੇ ਕੋਲ ਬਰਾਬਰ ਰਹਿ ਰਿਹਾ ਹੈ। -3 ਦਾ ਹੀ ਅੰਤਰ ਆ ਰਿਹਾ ਹੈ, ਮਤਲਬ ਅੰਤਰ ਕੀ ਹੈ, ਸਾਂਝਾ ਹੈ। ਇਸ ਲਈ ਇਹ ਕੀ ਹੋਏਗੀ, ਅੰਕ ਗਣਿਤਕ ਲੜੀ ਹੋਏਗੀ। ਠੀਕ ਹੈ। ਹੁਣ ਲੜੀ ਚਾਹੇ ਅਸੀਮਿਤ ਹੋਵੇ ਚਾਹੇ ਸੀਮਿਤ ਹੋਵੇ, ਜਿੱਥੋਂ ਮਰਜ਼ੀ ਸ਼ੁਰੂ ਹੋਵੇ, ਜੇ ਅੰਤਰ ਬਰਾਬਰ ਹੈ ਤਾਂ ਉਹ ਕੀ ਹੁੰਦੀ ਹੈ, ਦੋ ਲਗਾਤਾਰ ਪਦਾਂ ਦੇ ਵਿੱਚ, ਤਾਂ ਉਹ ਲੜੀ ਕੀ ਹੁੰਦੀ ਹੈ, ਅੰਕ ਗਣਿਤਕ ਲੜੀ। ਇੱਕ ਐਗਜ਼ਾਮਪਲ ਹੋਰ ਦੇਖ ਲੈਂਦੇ ਆ। ਆ ਦੇਖੋ, ਆ ਤਾਂ ਦੇਖਣ 'ਚ ਹੀ ਬੜਾ ਇੰਟਰਸਟਿੰਗ ਜਿਹਾ ਲੱਗ ਰਿਹਾ ਕਿਉਂਕਿ ਜਿਹੜੇ ਦੇਖੋ ਤੁਸੀਂ ਸੰਖਿਆਵਾਂ ਜਿਹੜੀਆਂ ਕੀ ਆ ਬਰਾਬਰ ਹੀ ਰਹਿ ਰਹੀਆਂ, ਸਾਰੇ ਪਦ ਜਿਹੜੇ ਇੱਕੋ ਜਿਹੇ ਲੱਗ ਰਹੇ ਆ। ਠੀਕ ਹੈ। ਇੱਕ ਪਦ ਤੋਂ ਦੂਜੇ ਪਦ ਤੱਕ ਜਾਣ ਲਈ ਨਾ ਮੈਨੂੰ ਕੁਝ ਘਟਾਉਣਾ ਪੈ ਰਿਹਾ, ਨਾ ਮੈਨੂੰ ਕੁਝ ਜੋੜਨਾ ਪੈ ਰਿਹਾ। ਜਾਂ ਦੂਸਰੇ ਸ਼ਬਦਾਂ ਦੇ ਵਿੱਚ ਜੇ ਅਸੀਂ ਕਹਿ ਦਈਏ ਕਿ ਪਹਿਲੇ ਪਦ ਤੋਂ ਦੂਜੇ ਪਦ 'ਚ ਜਾਣ ਲਈ ਕੀ ਕਰਨਾ ਪੈ ਰਿਹਾ, ਮੈਨੂੰ 0 ਪਲੱਸ ਕਰਨੇ ਪੈ ਰਹੇ ਆ। ਹੁਣ ਇੱਥੋਂ ਜੇ ਇੱਥੇ ਜਾਣਾ, ਇੱਥੇ ਵੀ ਕੀ ਹੈ 0 ਪਲੱਸ ਹੋ ਰਿਹਾ। ਇੱਥੋਂ ਜੇ ਇੱਥੇ ਜਾਣਾ ਹੈ ਤਾਂ ਵੀ ਕੀ ਹੈ 0 ਪਲੱਸ ਹੋ ਰਿਹਾ। ਇਹਦਾ ਮਤਲਬ ਕੀ ਹੈ ਕਿ ਅੰਤਰ ਤਾਂ ਸਾਡੇ ਕੋਲ ਕੀ ਹੈ ਬਰਾਬਰ ਹੀ ਰਹਿ ਰਿਹਾ ਹੈ। ਇਹਦਾ ਮਤਲਬ ਇਹ ਵੀ ਕੀ ਹੈ ਸਾਡੀ ਅੰਕ ਗਣਿਤਕ ਲੜੀ ਹੈ। ਠੀਕ ਹੈ, ਕਿਉਂਕਿ ਅੰਤਰ ਕੀ ਹੈ ਸਾਡਾ ਸਾਂਝਾ ਹੈ ਔਰ ਉਹ ਕੀ ਹੈ ਸਾਡੇ ਕੋਲ 0। ਇੱਕ ਹੋਰ ਦੇਖਦੇ ਹਾਂ ਅਸੀਂ ਉਦਾਹਰਨ। ਹੁਣ ਇਸ ਦੇ ਵਿੱਚ ਦੇਖੋ ਲੜੀ ਇਹ ਕਿਸ ਤਰ੍ਹਾਂ ਦੀ ਹੈ ਸਾਡੇ ਕੋਲ, ਇਹ ਕੀ ਹੈ, ਇਹ ਵੀ ਸਾਡੇ ਕੋਲ ਕੀ ਹੈ ਅਸੀਮਿਤ ਲੜੀ ਹੈ, ਅੱਗੇ ਅੱਗੇ ਚਲਦੀ ਜਾ ਰਹੀ ਹੈ, ਮੈਨੂੰ ਨਹੀਂ ਪਤਾ ਕਿੱਥੇ ਜਾ ਕੇ ਖਤਮ ਹੋਏਗੀ। ਠੀਕ ਹੈ। ਔਰ ਇਹ ਹੈ ਕੀ ਹੈ ਰਿਣਾਤਮਕ ਤੋਂ ਕਿੱਧਰ ਨੂੰ ਜਾ ਰਹੀ ਹੈ, ਧਨਾਤਮਕ ਵੱਲ ਨੂੰ ਜਾ ਰਹੀ ਹੈ। ਦੇਖਦੇ ਹਾਂ ਇਹ ਅੰਕ ਗਣਿਤਕ ਲੜੀ ਹੈ ਜਾਂ ਨਹੀਂ ਹੈ। ਹੁਣ ਇਹਦੇ ਵਿੱਚ ਦੇਖੋ ਜੇ ਮੈਂ ਪਹਿਲੇ ਪਦ ਤੋਂ ਦੂਸਰੇ ਪਦ ਤੇ ਜਾਣਾ ਹੈ ਤਾਂ ਮੈਨੂੰ ਕੀ ਕਰਨਾ ਪੈ ਰਿਹਾ, ਉਹਦੇ ਲਈ -3 ਤੋਂ 0 ਤੱਕ ਜਾਣ ਲਈ ਕੀ ਕਰਨਾ ਪਏਗਾ, ਸਾਨੂੰ 3 ਪਲੱਸ ਕਰਨੇ ਪੈਣਗੇ। ਇਸ ਤਰ੍ਹਾਂ ਹੀ ਜੇ ਅਸੀਂ 0 ਤੋਂ 3 ਤੱਕ ਜਾਣਾ ਹੈ ਤਾਂ ਵੀ ਸਾਨੂੰ ਕੀ ਹੈ 3 ਪਲੱਸ ਕਰਨੇ ਪੈਣਗੇ। ਜੇ 3 ਤੋਂ ਅਸੀਂ 6 ਤੱਕ ਜਾਣਾ ਹੈ ਤਾਂ ਵੀ ਸਾਨੂੰ ਕੀ ਹੈ 3 ਪਲੱਸ ਕਰਨੇ ਪੈਣਗੇ। ਜੇ 6 ਤੋਂ 9 ਤੱਕ ਜਾਣਾ ਹੈ ਤਾਂ ਵੀ ਕੀ ਹੈ ਸਾਨੂੰ 3 ਪਲੱਸ ਕਰਨੇ ਪੈਣਗੇ। ਇੱਦਾਂ ਹੀ ਇਹ ਲੜੀ ਜਿਹੜੀ ਹੈ ਚਲਦੀ ਜਾਏਗੀ, ਪਤਾ ਨਹੀਂ ਕਿੱਥੇ ਖਤਮ ਹੋਏਗੀ। ਪਰ ਕੀ ਹੈ ਸਾਡੇ ਕੋਲ ਇਹਦੇ ਲਗਾਤਾਰ ਦੋ ਪਦਾਂ ਦੇ ਵਿੱਚ ਜਿਹੜਾ ਅੰਤਰ ਹੈ ਉਹ ਕੀ ਹੈ ਸਾਂਝਾ ਹੈ ਔਰ ਉਹ ਕਿੰਨਾ ਹੈ +3। ਇਹਦਾ ਮਤਲਬ ਇਹ ਲੜੀ ਵੀ ਕੀ ਹੈ ਅੰਕ ਗਣਿਤਕ ਲੜੀ ਹੈ। ਸੋ ਇਹਦਾ ਮਤਲਬ ਕੀ ਹੋ ਗਿਆ ਕਿ ਇੱਕ ਪਦ ਤੋਂ ਦੂਸਰੇ ਪਦ ਤੱਕ ਜਦੋਂ ਅਸੀਂ ਜਾਂਦੇ ਹਾਂ, ਜੇ ਸਾਡਾ ਅੰਤਰ ਜਿਹੜਾ ਹੈ ਬਰਾਬਰ ਰਹਿੰਦਾ ਹੈ ਤਾਂ ਉਸ ਤਰ੍ਹਾਂ ਦੀਆਂ ਲੜੀਆਂ ਨੂੰ ਕੀ ਕਹਿੰਦੇ ਹਾਂ ਅਸੀਂ ਅੰਕ ਗਣਿਤਕ ਲੜੀਆਂ। ਸਾਨੂੰ ਇਹ ਕੋਈ ਫਰਕ ਨਹੀਂ ਪੈਂਦਾ ਕਿ ਉਹ ਲੜੀ ਸੀਮਿਤ ਹੈ ਅਸੀਮਿਤ ਹੈ, ਕਿੱਥੋਂ ਸ਼ੁਰੂ ਹੋ ਰਹੀ ਹੈ ਕਿੱਥੋਂ ਖਤਮ ਹੋ ਰਹੀ ਹੈ, ਬਸ ਸਿਰਫ ਲਗਾਤਾਰ ਦੋ ਪਦਾਂ ਦੇ ਵਿੱਚ ਜਿਹੜਾ ਅੰਤਰ ਹੈ ਉਹ ਬਰਾਬਰ ਰਹਿਣਾ ਚਾਹੀਦਾ ਹੈ। ਔਰ ਉਸ ਅੰਤਰ ਨੂੰ ਕੀ ਨਾਮ ਦਿੰਦੇ ਹਾਂ ਅਸੀਂ, ਸਾਂਝਾ ਅੰਤਰ। ਉਹ ਅੰਤਰ ਦੇਖੋ ਇਹਦੇ ਵਿੱਚ ਰਿਣਾਤਮਕ ਵੀ ਹੋ ਸਕਦਾ ਹੈ, 0 ਵੀ ਹੋ ਸਕਦਾ ਹੈ, ਤੇ ਉਹ ਜਿਹੜਾ ਹੈ ਧਨਾਤਮਕ ਵੀ ਹੋ ਸਕਦਾ ਹੈ।